गरीब नवाज अंतरजामी सच्चे पातशाह जी की साजी नवाजी गुरु स्वरूप गुरु खालसा साध संत जीओ रसना नो करो पवित्र प्यार सत्कार नाल गुर फतेह दी सांझ पाओ जी। वाहिगुरु जी का खालसा वाहिगुरु जी की फतेह। आप जी जितने भी गुरु प्यारे माई भाई सत संगी दूरों नेड़ियों चल करके चवर छतर तख्त के मालिक धन श्री गुरु ग्रंथ साहिब महाराज जी की पावन हजूरी अंदर काफ़ी लंबेरे समय तो लै करके एकत्र हो बैठे हाजरियां लगवा रहे हो। समुचिया संगतां नूं ये भली प्रकार विदित है कि अज दे महान ये गुरमत समागम धन श्री गुरु तेग बहादुर साहिब महाराज जी ਅਤੇ ਜगत माता माता गुजर कौर साहिब जी ਦੇ ਵਿਆਹ ਪੁਰਬ ਨੂੰ ਮੁੱਖ ਰੱਖ ਕਰਕੇ ਹਰ ਸਾਲ ਦੀ ਤਰ੍ਹਾਂ बड़ी श्रद्धा भावना आदर सत्कार के संयुक्त मनाए जा रहे हैं। जिन्हां गुरमत समागमां दे विच बहुत सत्कारयोग जथेदार रणजीत सिंह जी कालों मैंबर श्रोमणी गुरुद्वारा प्रबंधक कमेटी उन्होंने महान उद्यम उपराला करदियां होया तमाम इलाके दियां संगतां दे सहयोग सदका ये महान गुरमत समागम करवाउणा कीते हन। दास तो पहला अति सत्कारयोग महापुरख संत बाबा निहाल सिंह जी निशद शहीदा हरियां वेला तरना दल वाले महापुरख उन्हां दी पावन पवित्र रसना तो गुरमत विचारां की आप जी ने बहुत ही प्यार सत्कार के नाल विचार जिहड़ी श्रवण की है। सतगुरु पातशाह महाराज साहिब जी के आनंद कारज के संबंध विच आप जी ने धन गुरु तेग बहादुर साहिब महाराज जी ਅਤੇ माता गुजर कौर जी के जीवन के संबंध में बड़मुलियां विचारां श्रवण कीतियां कि किवें गुरु तेग बहादुर साहिब महाराज हिंद की चादर नजरूमा के राखे महान त्याग वैराग ते अनुराग स्वरूप कच्चे भोरे में बैठ करके बाबा बकाला साहिब की धरती से उन्होंने बंदगी की। दसा नौहां की किरत कमाई आप गुरु नानक साहिब जी तो लै करके 10 व्यक्तिगत स्वरूप धारण किए गुरु कलगीधर महाराज जी तक आप सतगुरां दे धर्म की किरत करके पूरने पाए कि गुरु का सिख दसा नौहां की किरत कमाई करे फिर उस दे विचों वंड करके छकना करे परमेश्वर का चिंतन करे। ये तीन जिहड़े बुनियादी असूल गुरु नानक साहिब जी ने दिते सन उन्हां दे बारे भी महापुरख आप जी नाल वचनां दी सांझ पा के गए ने।
ਅੱਜ ਦਾ ਜਿਹੜਾ ਇਹ ਦਿਹਾੜਾ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਵਿਆਹ ਪੁਰਬ ਦਾ ਅਸੀਂ ਮਨਾ ਰਹੇ ਹਾਂ। ਵਿਆਹ ਦੇ ਅਰਥ ਵੀ ਮਹਾਂਪੁਰਖਾਂ ਨੇ ਬੜੇ ਕਮਾਲ ਦੇ ਕੀਤੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜਿਹੜੀ ਸਗਾਈ ਸੀ ਸਾਧ ਸੰਗਤ ਜੀ, ਇਹ ਬਾਬਾ ਸੂਰਜਮਲ ਜੀ ਦੀ ਸ਼ਾਦੀ ਵੇਲੇ ਉਸੇ ਵੇਲੇ ਕਰ ਦਿੱਤੀ ਗਈ ਸੀ। ਜਦੋਂ ਬਾਬਾ ਸੂਰਜਮਲ ਜੀ ਦੀ ਸ਼ਾਦੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ, ਉੱਥੇ ਬਾਬਾ ਹਰੀ ਚੰਦ ਜੀ ਪਹੁੰਚੇ ਹੋਏ ਸਨ। ਸਾਧ ਸੰਗਤ ਜੀ ਬਾਬਾ ਲਾਲ ਚੰਦ ਜੀ ਤੇ ਮਾਤਾ ਬਿਸ਼ਨ ਕੌਰ ਜੀ ਦੋਹਾਂ ਨੇ ਮਨ ਵਿੱਚ ਵਿਚਾਰ ਲਿਆਂਦੀ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਲਾਲ ਇਹ ਬੜੇ ਸੁੰਦਰ ਸਰੂਪ ਦੇ ਮਾਲਕ ਹਨ, ਤੇ ਕਿਉਂ ਨਾ ਹੋਵੇ ਆਪਣੀ ਜਿਹੜੀ ਪੁੱਤਰੀ ਗੁਜਰੀ ਹੈ ਉਹਦਾ ਰਿਸ਼ਤਾ ਨਾਤਾ ਇਸ ਤੇਗ ਬਹਾਦਰ ਜੀ ਦੇ ਨਾਲ ਕਰ ਦੇਈਏ। ਜਦੋਂ ਉਹਨਾਂ ਨੇ ਸਾਧ ਸੰਗਤ ਜੀ ਪਤਾ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਿੰਨੇ ਸਾਹਿਬਜ਼ਾਦੇ ਨੇ, ਦੱਸਣਾ ਕੀਤਾ ਕਿ ਵੱਡੇ ਬਾਬਾ ਗੁਰਦਿੱਤਾ ਸਾਹਿਬ ਜੀ ਉਹਨਾਂ ਦੀ ਸ਼ਾਦੀ ਹੋ ਚੁੱਕੀ ਹੈ, ਬਾਬਾ ਸੂਰਜਮਲ ਜੀ ਦਾ ਅੱਜ ਵਿਆਹ ਕੀਤਾ ਜਾ ਰਿਹਾ, ਬਾਬਾ ਅਟਲ ਰਾਏ ਜੀ ਪਰਲੋਕ ਗਮਨ ਕਰ ਚੁੱਕੇ ਨੇ, ਇਸੇ ਤਰ੍ਹਾਂ ਬਾਬਾ ਅਣੀ ਰਾਏ ਜੀ ਰਹਿੰਦੇ ਨੇ, ਇੱਕ ਗੁਰੂ ਤੇਗ ਬਹਾਦਰ ਸਾਹਿਬ ਰਹਿੰਦੇ ਨੇ। ਜਦੋਂ ਸਾਧ ਸੰਗਤ ਤੇ ਸਾਰੀ ਵਿਚਾਰ ਪਰਿਵਾਰ ਵਿੱਚ ਦੋਹਾਂ ਪਤੀ ਸਤੀ ਨੇ ਕੀਤੀ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰ ਦੇ ਵਿੱਚ ਬੇਨਤੀ ਕਰਨ ਵਾਸਤੇ ਗਏ ਨੇ। ਨਾਲ ਹੀ ਜਿਹੜੀ ਸਾਧ ਸੰਗਤ ਦੀ ਕੋਈ ਰੀਤ ਸੀ ਉਸ ਵੇਲੇ ਦੀ ਸ਼ਗਨ ਪਾਉਣ ਦੀ, ਉਹ ਸਾਰੀ ਸਮੱਗਰੀ ਲੈ ਕਰਕੇ ਪਹੁੰਚਦੇ ਨੇ। ਪਤਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਰੀਬ ਨਵਾਜ ਹਨ, ਦੀਨ ਦਿਆਲ ਨੇ, ਗਰੀਬਾਂ ਤੇ ਤਰਸ ਕਰਨ ਵਾਲੇ ਨੇ, ਗਲੇ ਨਾਲ ਲਾਉਂਦੇ ਨੇ ਗਰੀਬਾਂ ਨੂੰ। ਆਪਣੀ ਨਿਮਰਤਾ ਨਾਲ ਜਦੋਂ ਦੋਹਾਂ ਨੇ ਜਾ ਕਰਕੇ ਬੇਨਤੀ ਕੀਤੀ ਸਤਿਗੁਰਾਂ ਨੂੰ, ਤਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ ਸਨ ਕਿ ਲਾਲ ਚੰਦ ਜੀ, ਸਾਡੇ ਸਾਹਿਬਜ਼ਾਦੇ ਅਣੀ ਰਾਏ ਦੀ ਵੀ ਹਾਲੇ ਸ਼ਾਦੀ ਨਹੀਂ ਹੋਈ ਹੈ। ਇਹ ਸੰਸਾਰ ਵਿੱਚ ਨਿਯਮ ਹੈ, ਰੀਤ ਹੁੰਦੀ ਹੈ ਵੀ ਪਹਿਲਾਂ ਵੱਡੇ ਪੁੱਤਰ ਦੀ ਸ਼ਾਦੀ ਹੋਵੇ, ਉਸ ਤੋਂ ਬਾਅਦ ਛੋਟਾ ਜਿਹੜਾ ਪੁੱਤਰ ਕੋਈ ਬੱਚਾ ਉਹਦੀ ਸ਼ਾਦੀ ਬਾਰੇ ਸੋਚਿਆ ਜਾਂਦਾ। ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਾਦੀ ਦੇ ਬਾਬਤ ਸੋਚਦੇ ਹੋ, ਅਣੀ ਰਾਏ ਦੀ ਹਾਲੇ ਸ਼ਾਦੀ ਨਹੀਂ ਹੋਈ ਹੈ। ਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭੇਜਿਆ, ਜਾਓ ਅਣੀ ਰਾਏ ਜੀ ਨੂੰ ਜਾ ਕੇ ਪੁੱਛੋ ਕਿ ਤੁਹਾਡੇ ਵਾਸਤੇ ਜਿਹੜੀ ਸਗਾਈ ਆਈ ਹੈ ਇਹਨੂੰ ਤੁਸੀਂ ਪ੍ਰਵਾਨ ਕਰੋਗੇ। ਬਾਬਾ ਅਣੀ ਰਾਏ ਜੀ ਦੇ ਕੋਲ ਜਾ ਕੇ ਜਦੋਂ ਸਾਧ ਸੰਗਤ ਗੁਰਸਿੱਖਾਂ ਨੇ ਪੁੱਛਿਆ ਕਿ ਲਾਲ ਚੰਦ ਜੀ ਆਪਣੀ ਪੁੱਤਰੀ ਦੀ ਸਗਾਈ ਲੈ ਕਰਕੇ ਆਏ ਨੇ, ਕੀ ਤੁਸੀਂ ਇਹਨੂੰ ਪ੍ਰਵਾਨ ਕਰੋਗੇ? ਬਾਬਾ ਅਣੀ ਰਾਏ ਜੀ ਦਾ ਸੁਭਾਅ ਵੇਖੋ ਕੈਸਾ ਮਸਤ ਸੀ। ਸਿਮਰਨ ਦੀਆਂ ਲੋਰਾਂ ਚੜੀਆਂ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਲਾਲ ਨੂੰ। ਕਹਿਣ ਲੱਗੇ ਸਗਾਈ ਕੀ ਹੁੰਦੀ ਹੈ? ਕਹਿੰਦੇ ਸਗਾਈ ਮੰਗਣੀ ਨੂੰ ਕਹਿੰਦੇ ਤੁਹਾਡੀ ਮੰਗਣੀ ਹੋ ਜਾਵੇਗੀ, ਉਸ ਤੋਂ ਬਾਅਦ ਫਿਰ ਸ਼ਾਦੀ ਹੁੰਦੀ ਹੈ। ਮੰਗਣੀ ਤੋਂ ਬਾਅਦ ਸ਼ਾਦੀ, ਸ਼ਾਦੀ ਕਿਹਨੂੰ ਕਹਿੰਦੇ ਨੇ? ਵਿਆਹ ਕੀ ਹੁੰਦਾ ਪਤਾ ਨਹੀਂ ਸੀ ਉਹਨਾਂ ਨੂੰ। ਉੱਚੀ ਅਵਸਥਾ ਦੇ ਮਾਲਕ ਫਿਰ ਸਿੱਖਾਂ ਨੇ ਕਿਹਾ ਪਹਿਲਾਂ ਸਗਾਈ ਹੋਵੇਗੀ, ਫਿਰ ਉਸ ਤੋਂ ਬਾਅਦ ਤੁਹਾਡਾ ਵਿਵਾਹ ਹੋਵੇਗਾ, ਫਿਰ ਘਰ ਦੇ ਅੰਦਰ ਨੇਕ ਸੰਤਾਨ ਹੋਵੇਗੀ, ਤੁਹਾਡੀ ਸੰਤਾਨ ਵਧੇਗੀ ਫੁੱਲੇਗੀ। ਬਾਬਾ ਅਣੀ ਰਾਏ ਜੀ ਨੇ ਬੈਠਿਆਂ ਕਹਿ ਦਿੱਤਾ ਸੀ, ਮੈਨੂੰ ਲੋੜ ਨਹੀਂ ਸਗਾਈ ਦੀ, ਮੈਨੂੰ ਲੋੜ ਨਹੀਂ ਸ਼ਾਦੀ ਦੀ, ਮੈਨੂੰ ਲੋੜ ਨਹੀਂ ਨੇਕ ਸੰਤਾਨਾਂ ਦੀ। ਐਸੇ ਬਚਨ ਕਹਿ ਕਰਕੇ ਜਦੋਂ ਇਹ ਸਗਾਈ ਮੋੜ ਦਿੱਤੀ, ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਸ ਗੁਰਮੁਖ ਪਰਿਵਾਰ ਦੀ ਬਾਬਾ ਲਾਲ ਚੰਦ ਜੀ ਦੀ ਜਿਹੜੀ ਅੰਦਰਲੀ ਭਾਵਨਾ ਸੀ ਉਹਨੂੰ ਮੁੱਖ ਰੱਖ ਕਰਕੇ ਕਹਿ ਦਿੱਤਾ ਸੀ, ਲਾਲ ਚੰਦ ਧੰਨ ਗੁਰੂ ਨਾਨਕ ਦੇਵ ਸਾਹਿਬ ਤੁਹਾਡੇ ਤੇ ਤਰੁੱਠੇ ਨੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਇਹ ਗੁਰੂ ਨਾਨਕ ਦੇ ਦਰ ਵਿੱਚ ਜਿਹੋ ਜੀ ਕਿ ਕੋਈ ਇੱਛਾ ਲੈ ਕੇ ਆਉਂਦਾ, ਕਾਮਨਾ ਲੈ ਕੇ, ਉਹੀ ਕਾਮਨਾ ਪੂਰੀ ਹੁੰਦੀ ਹੈ। ਇਹ ਉਹ ਗੁਰੂ ਨਾਨਕ ਦਾ ਦਰ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਤੁਹਾਡੀ ਭਾਵਨਾ ਅੱਜ ਪੂਰੀ ਕਰ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੇ। ਜਿਹੜੀ ਸਗਾਈ ਹੈ ਤੇਗ ਬਹਾਦਰ ਦੇ ਨਾਲ ਆਪਣੀ ਪੁੱਤਰੀ ਗੁਜਰੀ ਦੀ ਕਰ ਦਿਓ। ਸਾਧ ਸੰਗਤ ਜੀ ਜਦੋਂ ਇਹ ਸਗਾਈ ਹੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਫਿਰ ਸਮਾਂ ਬੀਤਦਾ ਹੈ। ਜਦੋਂ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ
ਇਸ ਕਰਤਾਰਪੁਰ ਦੀ ਧਰਤੀ ਤੇ ਆਉਂਦੇ ਨੇ, ਜੰਗਾਂ ਦੀ ਫਤਿਹ ਕਰਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ। ਉਧਰ ਪੈਂਦੇ ਖਾਂ ਦੀ ਜਿਹੜੀ ਪੁੱਤਰੀ ਦਾ ਵਿਆਹ ਹੋਇਆ ਹੈ, ਬਹੁਤ ਲੰਬਾ ਇਤਿਹਾਸ ਹੈ, ਸਾਰਾ ਇਤਿਹਾਸ ਆਪ ਜੀ ਨੂੰ ਭਲੀ ਭਾਂਤ ਪਤਾ ਹੈ। ਫਿਰ ਇਸ ਜਗ੍ਹਾ ਤੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਆ ਕਰਕੇ ਆਸਣ ਲਾਏ ਨੇ, ਤਾਂ ਬਾਬਾ ਉਸ ਵੇਲੇ ਲਾਲ ਚੰਦ ਜੀ ਤੇ ਮਾਤਾ ਬਿਸ਼ਨ ਕੌਰ ਜੀ ਦੋਵੇਂ ਸਤਿਗੁਰਾਂ ਦੇ ਕੋਲ ਆਉਂਦੇ ਨੇ। ਮਹਾਰਾਜ ਹੁਣ ਆਪਣੀ ਪੁੱਤਰੀ ਗੁਜਰੀ ਦੀ ਜਿਹੜੀ ਸ਼ਾਦੀ ਹੈ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਕਰ ਦੇਣਾ ਕਰੀਏ। ਅੱਜ ਦਾ ਜਿਹੜਾ ਦਿਨ ਸੀ ਇਹ ਮੁਕਰਰ ਕੀਤਾ ਗਿਆ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਦੇ ਅੰਦਰ ਵਧਾਈਆਂ ਪ੍ਰਗਟ ਹੋਈਆਂ ਨੇ। ਮਾਤਾ ਨਾਨਕੀ ਜੀ ਨੂੰ ਸੰਗਤਾਂ ਆ ਕਰਕੇ ਵਧਾਈਆਂ ਦਿੰਦੀਆਂ। ਵੱਡੇ ਸਾਹਿਬਜ਼ਾਦਿਆਂ ਦੇ ਸਸੁਰਾਲ ਨਗਰ ਤੋਂ ਸੰਗਤਾਂ ਆਉਂਦੀਆਂ ਨੇ। ਬੀਬੀ ਵੀਰੋ ਜੀ ਆਪਣੇ ਸਹੁਰੇ ਨਗਰ ਤੋਂ ਪਹੁੰਚਦੇ ਨੇ ਤੇ ਸਾਰੀਆਂ ਬਰਾਤ ਦੀਆਂ ਤਿਆਰੀਆਂ ਮੁਕੰਮਲ ਹੋਈਆਂ ਤੇ ਸਾਧ ਸੰਗਤ ਜਿਸ ਵੇਲੇ ਇਹ ਬਰਾਤ ਆ ਕਰਕੇ ਬਾਬਾ ਲਾਲ ਚੰਦ ਜੀ ਦੇ ਦਰਵਾਜ਼ੇ ਤੇ ਢੁਕਦੀ ਹੈ, ਉੱਥੇ ਬਾਬਾ ਲਾਲ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਣ ਲੱਗਦੇ ਨੇ। ਸੰਸਾਰ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਨੇ ਇੰਨਾ ਮਾਣ ਦਿੱਤਾ ਬਾਬਾ ਲਾਲ ਚੰਦ ਜੀ ਨੂੰ, ਚਰਨਾਂ ਤੇ ਝੁਕਣ ਲੱਗਿਆਂ ਨੂੰ ਘੁੱਟ ਕੇ ਗਲਵਕੜੀ ਵਿੱਚ ਲੈ ਲਿਆ ਕਿ ਤੂੰ ਗੁਰੂ ਨਾਨਕ ਦਾ ਸਿੱਖ ਹੈ। ਸਾਧ ਸੰਗਤ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਜਿਹੜੀਆਂ 4 ਲਾਵਾਂ ਸੀ ਗੁਰੂ ਰਾਮਦਾਸ ਪਿਤਾ ਜੀ ਨੇ ਉਚਾਰਨ ਕੀਤੀਆਂ, ਉਹਨਾਂ ਲਾਵਾਂ ਦੀ ਬਾਣੀ ਦੇ ਨਾਲ ਸਤਿਗੁਰੂ ਪਾਤਸ਼ਾਹ ਦੇ ਆਨੰਦ ਕਾਰਜ ਸੰਪੰਨ ਹੋਣੇ ਸਨ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਆਪ ਵੀ ਉਸ ਵੇਲੇ ਇਹਨਾਂ ਬ੍ਰਾਹਮਣ ਲੋਕਾਂ ਨੂੰ ਕਹਿ ਦਿੱਤਾ ਸੀ, ਜਿਹੜੇ ਕਹਿੰਦੇ ਸਨ ਬੇਦੀ ਦੇ ਦੁਆਲੇ ਤੁਸੀਂ ਅਗਨੀ ਦੀਆਂ ਪਰਿਕਰਮਾ ਕਰੋਗੇ। ਹਿੰਦੂ ਮਤ ਦੇ ਅੰਦਰ ਜੋ ਵੀ ਦੇਵਤਿਆਂ ਨੂੰ ਪਹੁੰਚਦਾ ਉਹ ਅਗਨੀ ਰਾਹੀਂ ਜਾਂਦਾ ਹੈ। ਹਵਨ ਕੁੰਡ ਵਿੱਚ ਅੱਗ ਬਲਦੀ, ਉੱਥੇ ਘਿਓ ਪਾਉਂਦੇ, ਸਮੱਗਰੀ ਪਾਈ ਜਾਂਦੀ ਕਿ ਦੇਵਤਿਆਂ ਤੱਕ ਜਾਵੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਤੁਹਾਡਾ ਜਿਹੜਾ ਦੇਵਤਾ ਅਗਨੀ ਦੇਵਤਾ ਹੋ ਸਕਦਾ, ਸਾਡਾ ਤੇ ਇਸ਼ਟ ਜਿਹੜਾ ਇੱਕ ਅਕਾਲ ਪੁਰਖ ਪਰਮਾਤਮਾ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ ਦੇ ਬਚਨ ਕਹਿ ਕੇ ਮੂਲ ਮੰਤਰ ਚੌਂਕੀ ਤੇ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਵਿਵਾਹ ਵਾਲੇ ਦਿਹਾੜੇ ਫਿਰ ਉਸ ਮੂਲ ਮੰਤਰ ਦੀਆਂ ਪ੍ਰਕਰਮਾਂ ਕਰਕੇ ਮਾਤਾ ਸੁਲੱਖਣੀ ਜੀ ਦੇ ਨਾਲ ਆਨੰਦ ਕਾਰਜ ਕੀਤੇ ਸਨ। ਧੰਨ ਗੁਰੂ ਰਾਮਦਾਸ ਪਿਤਾ ਜੀ ਨੇ ਗਰੀਬ ਸਿੱਖ ਦੀਆਂ ਜਿਹੜੀਆਂ ਲਾਵਾਂ ਸੀ ਸਾਧ ਸੰਗਤ ਜੀ, ਉਸ ਦੀ ਬੱਚੀ ਦੀਆਂ ਇਹ 4 ਲਾਵਾਂ ਉਚਾਰਨ ਕਰਕੇ ਆਨੰਦ ਕਾਰਜ ਸੰਪੂਰਨ ਕਰਵਾਏ। ਫਿਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਨੰਦ ਕਾਰਜ ਹੋਏ। ਇਸੇ ਪ੍ਰਕਾਰ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਨੰਦ ਕਾਰਜ ਹੋਏ। ਅੱਜ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਦੋਂ ਆਨੰਦ ਕਾਰਜ ਹੋ ਰਹੇ ਨੇ, ਸਾਧ ਸੰਗਤ ਗੁਰਬਾਣੀ ਦਾ ਸਰੂਪ ਪ੍ਰਕਾਸ਼ ਕੀਤਾ ਗਿਆ ਤੇ ਉਸ ਦੀਆਂ ਸਤਿਗੁਰੂ ਪਾਤਸ਼ਾਹ ਨੇ 4 ਜਿਹੜੀਆਂ ਨੇ ਸਾਧ ਸੰਗਤ ਜੀ ਪ੍ਰਕਰਮਾਂ ਕੀਤੀਆਂ। 4 ਲਾਵਾਂ ਦਾ ਪਾਠ ਹੋਇਆ, ਕੀਰਤਨ ਹੋਇਆ। ਕਿਉਂਕਿ 4 ਜਿਹੜੀਆਂ ਲਾਵਾਂ ਨੇ, ਇਹਦਾ ਜਿਹੜਾ ਭਾਵ ਵੇਖਿਆ ਜਾਵੇ ਤੇ 7 ਸਾਡੀਆਂ ਭੂਮਿਕਾ ਹੁੰਦੀਆਂ ਗਿਆਨਵਾਨਾਂ ਦੀਆਂ। ਭੂਮਿਕਾ ਦਾ ਅਰਥ ਹੁੰਦਾ ਜਿਵੇਂ ਕਿਸੇ ਪੌੜੀ ਦੇ ਇੱਕ ਡੰਡੇ ਤੋਂ ਅਗਲੇ ਡੰਡੇ ਤੇ ਚੜ੍ਹ ਕਰਕੇ ਮੰਜ਼ਿਲ ਤੱਕ ਪੌੜੀ ਪਹੁੰਚਾ ਦਿੰਦੀ ਹੈ। ਗਿਆਨਵਾਨ ਨੂੰ ਪਰਮਾਤਮਾ ਦੇ ਵਿੱਚ ਭੇਦ ਕਰਨ ਦੇ ਵਾਸਤੇ 7 ਭੂਮਿਕਾ 7 ਡੰਡੇ ਪੌੜੀ ਦੇ ਦੇਖਣੇ ਪੈਂਦੇ। ਸਭ ਤੋਂ ਪਹਿਲੀ ਹੁੰਦੀ ਸਾਧ ਸੰਗਤ ਦੀ ਸੁਭ ਇੱਛਾ, ਫਿਰ ਦੂਸਰੀ ਹੁੰਦੀ ਸੋਭ ਚਾਰਨਾ, ਤਨੂ ਮਾਨਸਾ, ਸਤਵਾ ਪਤ, ਅਸੰਗ ਸਕਤ, ਪਦਾਰਥਾ ਭਾਵਨੀ ਤੇ 7ਵੀਂ ਤੁਰਿਆ ਅਵਸਥਾ ਹੈ। ਇਹ ਜਿਹੜੀਆਂ 7 ਗਿਆਨ ਦੀਆਂ ਭੂਮਿਕਾਵਾਂ ਨੇ, ਇਹਨਾਂ ਨੂੰ ਗਿਆਨਵਾਨ ਸੱਜਣਾ ਨੇ 4 ਜਿਹੜੀਆਂ ਲਾਵਾਂ ਦੇ ਨਾਲ ਵੀ ਇਹਦਾ ਸੁਮੇਲ ਕੀਤਾ ਹੈ। ਕਿਉਂਕਿ ਜਿਹੜੀ ਪਹਿਲੀ ਸਾਧ ਸੰਗਤ ਦੀ ਅਵਸਥਾ ਹੈ ਉਹ ਹੈ ਸੁਭ ਇੱਛਾ। ਸੁਭ ਇੱਛਾ ਦਾ ਭਾਵ ਹੁੰਦਾ ਕਿ ਚੰਗੀਆਂ ਇੱਛਾਵਾਂ ਅੰਦਰ ਪੈਦਾ ਹੋਣ ਲੱਗ ਜਾਣੀਆਂ। ਸਾਡੇ 24 ਘੰਟੇ ਮਾੜੇ ਫੁਰਨੇ ਅੰਦਰ ਬਣਦੇ ਨੇ, ਮਾੜੀਆਂ ਇੱਛਾਵਾਂ ਬੰਦਾ ਅੰਦਰੋਂ ਬਣਾਈ ਜਾਂਦਾ, ਸੋਚੀ ਜਾਂਦਾ। ਤੇ ਜਦੋਂ ਕੋਈ ਗਿਆਨਵਾਨ ਉਸ ਅਵਸਥਾ ਵੱਲ ਨੂੰ ਜਾਂਦਾ ਪਰਮਾਤਮਾ ਦੇ ਰਸਤੇ ਵੱਲ,
ਪਰਮਾਰਥ ਦੇ ਰਸਤੇ ਤੇ ਜਾਣ ਦੀ ਪਹਿਲੀ ਭੂਮਿਕਾ, ਪਹਿਲੀ ਜਿਹੜੀ ਪੌੜੀ ਹੈ ਕਿ ਉਹਦੇ ਅੰਦਰ ਚੰਗੀਆਂ ਇਛਾਵਾਂ ਪੈਦਾ ਹੋਣ ਲੱਗ ਜਾਣੀਆਂ। ਇੱਧਰ ਜਦੋਂ ਜੀਵ ਤੇ ਈਸ਼ ਦੀ ਇੱਕ ਏਕਤਾ ਹੋਣੀ ਹੈ ਗੁਰਬਾਣੀ ਦੇ ਮੁਤਾਬਕ, ਸਭ ਤੋਂ ਪਹਿਲਾਂ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਪ੍ਰਵਿਰਤੀ ਕਰਮ ਜਿਹੜੇ ਨੇ ਸਾਧ ਸੰਗਤ ਜੀ, ਉਹਦੇ ਅੰਦਰ ਜਿਹੜੀਆਂ ਸ਼ੁਭ ਇਛਾਵਾਂ ਪੈਦਾ ਹੋਣੀਆਂ, ਇਸ ਲਈ ਇਹ ਪਹਿਲੀ ਜਿਹੜੀ ਲਾਮ ਦੇ ਨਾਲ ਆ ਕੇ ਸ਼ੁਭ ਇੱਛਾ ਮਿਲ ਜਾਂਦੀ ਹੈ। ਦੂਸਰੀ ਹੋਇਆ ਕਰਦੀ ਸੋ ਵਿਚਾਰਨ। ਸਾਡੇ ਅੰਦਰ ਪਰਮਾਤਮਾ ਨੇ ਬੁੱਧੀ ਦਿੱਤੀ ਹੈ ਸਾਨੂੰ। ਬੁੱਧੀ ਨਾਲ ਮਾੜੀ ਵਿਚਾਰ ਵੀ ਬੰਦਾ ਸੋਚ ਸਕਦਾ ਹੈ ਤੇ ਬੁੱਧੀ ਦੇ ਨਾਲ ਚੰਗੀ ਵਿਚਾਰ ਵੀ ਕਰ ਸਕਦਾ। ਇਸ ਲਈ ਸਾਧ ਸੰਗਤ ਜਿਹੋ ਜੀ ਸੰਗਤ ਹੁੰਦੀ, ਉਸੇ ਤਰ੍ਹਾਂ ਦੀ ਰੰਗਤ ਹੋ ਜਾਂਦੀ ਹੈ। ਕਈ ਵਾਰੀ ਵੱਡੇ ਵੱਡੇ ਵਿਦਵਾਨਾਂ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ, ਪਤਾ ਨਹੀਂ ਉਹ ਕੀ ਕਰ ਦਿੰਦੇ ਨੇ। ਕਈ ਵਾਰੀ ਜਿਹੜੇ ਸਾਧ ਸੰਗਤ ਬਿਲਕੁਲ ਬੰਦੇ ਕਮਜ਼ੋਰ ਬੁੱਝਦਿਲ ਹੁੰਦੇ, ਪਾਗਲ ਹੁੰਦੇ, ਉਹਨਾਂ ਤੋਂ ਸਤਿਗੁਰੂ ਸੇਵਾ ਲੈ ਲੈਂਦੇ ਨੇ। ਜਿਵੇਂ ਗੀਤਾ ਦੇ ਅਰਥ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਛੱਜੂ ਤੋਂ ਕਰਵਾ ਦਿੱਤੇ ਸਨ। ਇਹ ਜਿਹੜੀ ਸੋ ਵਿਚਾਰਨਾ ਹੈ, ਸ੍ਰੇਸ਼ਟ ਬੁੱਧੀ ਦੇ ਅੰਦਰ ਵਿਚਾਰ ਆਉਣੀ ਸ਼ੁਰੂ ਹੋ ਜਾਣੀ। ਮਾੜੀ ਵਿਚਾਰ ਜਾਣ ਕਰਕੇ ਉਹਨੂੰ ਛੱਡੀ ਜਾਣਾ, ਚੰਗੀਆਂ ਵਿਚਾਰਾਂ ਗ੍ਰਹਿਣ ਕਰੀ ਜਾਣੀਆਂ। ਇੱਕ ਦਿਨ ਜ਼ਿੰਦਗੀ ਗੁਣਾਂ ਦਾ ਗੁਲਦਸਤਾ ਬਣ ਜਾਵੇਗੀ। ਇਹ ਜਿਹੜੀ ਦੂਸਰੀ ਸਾਡੀ ਭੂਮਿਕਾ ਅਵਸਥਾ ਹੈ, ਇਹ ਦੂਸਰੀ ਆ ਕਰਕੇ ਲਾਭ ਦੇ ਨਾਲ ਮੇਲ ਖਾਂਦੀ ਹੈ। ਤੀਸਰੀ ਸਾਧ ਸੰਗਤ ਜੀ ਹੋਇਆ ਕਰਦੀ ਹੈ ਤਨੂ ਮਾਨਸਾ। ਤਨੂ ਦਾ ਅਰਥ ਹੁੰਦਾ ਹੈ ਜਿਹੜੀਆਂ ਸਾਡਾ ਸੂਖਮ ਸਰੀਰ ਹੈ ਤੇ ਉਹਦੀਆਂ ਮਾਨਸਾ ਜਿਹੜੀਆਂ ਅੰਦਰ ਵਾਸ਼ਨਾਵਾਂ ਨੇ, ਉਹ ਸੂਖਮ ਹੋ ਜਾਣੀਆਂ, ਅੰਦਰ ਹੀ ਖਤਮ ਹੋ ਜਾਣੀਆਂ। ਇਹ ਹੁੰਦੀਆਂ ਸਿਮਰਨ ਦੇ ਨਾਲ। ਜਦੋਂ ਕੋਈ ਪਰਮਾਤਮਾ ਦਾ ਸਿਮਰਨ ਚਿੰਤਨ ਨਹੀਂ ਕਰਦਾ, ਕੋਈ ਭਗਤੀ ਨਹੀਂ ਕਰਦਾ, ਓਨੀ ਦੇਰ ਇਛਾਵਾਂ ਅੰਦਰ ਹੋਰ ਪ੍ਰਬਲ ਬਣੀ ਜਾਂਦੀਆਂ। ਮਹਾਰਾਜ ਮੇਰੀ ਆਹ ਕਾਮਨਾ ਹੀ ਪੂਰੀ ਕਰ ਦਿਓ, ਮੈਂ ਅਖੰਡ ਪਾਠ ਕਰਾਂਗਾ, ਕਰਾਵਾਂਗਾ, ਮੈਂ ਇੰਨੇ ਦਿਨ ਸੇਵਾ ਕਰਾਂਗਾ, ਮੈਂ ਆਹ ਕਰਾਂਗਾ, ਮੈਂ ਉਹ ਕਰਾਂਗਾ। ਸੁਖਣਾ ਸੁੱਕੀ ਜਾਂਦਾ। ਉਹ ਕਾਮਨਾ ਪੂਰੀ ਨਹੀਂ ਹੁੰਦੀ। ਤੇ ਕਾਮਨਾ ਕਦੋਂ ਪੂਰੀ ਹੁੰਦੀ? ਤੇ ਜਦੋਂ ਪਰਮਾਤਮਾ ਦਾ ਸਿਮਰਨ ਕਰਨ ਲੱਗ ਜਾਂਦਾ ਗੁਰੂ ਪਿਆਰਾ। ਸਿਮਰਨ ਦੇ ਸਦਕਾ ਪਿਛਲੀਆਂ ਮਨ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਤੇ ਅਗਲੀਆਂ ਤਨੂ ਮਾਨਸਾ ਉਹ ਮਨ ਦੇ ਵਿੱਚ ਹੀ ਸਮਾ ਜਾਂਦੀਆਂ ਨੇ। ਫਿਰ ਗੁਰਮੁਖ ਪਿਆਰਾ ਕਹਿੰਦਾ, ਪਰਮਾਤਮਾ ਤੇ ਮੈਂ ਤੇਰੇ ਕੋਲੋਂ ਕੀ ਮੰਗਣਾ ਕਰਾਂ? ਤੂੰ ਮੈਨੂੰ ਪੈਦਾ ਕੀਤਾ, ਮੈਨੂੰ ਦਿਲ ਦਿੱਤਾ, ਦਿਮਾਗ ਦਿੱਤਾ, ਬੁੱਧੀ ਤੇਰੀ ਦਿੱਤੀ, ਸਰੀਰ ਤੇਰਾ ਦਿੱਤਾ ਹੋਇਆ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇਸ ਲਈ ਸਿਮਰਨ ਦੇ ਸਦਕਾ ਜਿਹੜੀਆਂ ਅੰਦਰਲੀਆਂ ਵਾਸ਼ਨਾਵਾਂ ਉਹ ਸੂਖਮ ਹੋ ਜਾਣੀਆਂ, ਮਾਤਮ ਪੈ ਜਾਣੀਆਂ, ਸਮਾਪਤ ਹੋ ਜਾਣੀਆਂ। ਇਹਨੂੰ ਕਹਿੰਦੇ ਨੇ ਤਨੂ ਮਾਨਸਾ। ਤਨੂ ਮਾਨਸਾ ਜਿਹੜੀ ਸਾਧ ਸੰਗਤ ਤੀਜੀ ਅਵਸਥਾ ਮੰਨੀ ਹੈ। ਇਹ ਤੀਸਰੀ ਜਿਹੜੀ ਇੱਧਰ ਲਾਭ ਹੈ, ਜਿਸ ਵਿੱਚ ਵੈਰਾਗ ਦਾ ਜ਼ਿਕਰ ਕੀਤਾ, ਉਹਦੇ ਨਾਲ ਆ ਕੇ ਤਨੂ ਮਾਨਸਾ ਦਾ ਮੇਲ ਹੋ ਜਾਂਦਾ। ਚੌਥੀ ਜਿਹੜੀ ਸਾਧ ਸੰਗਤ ਦੀ ਲਾਭ ਹੈ, ਤੇ ਇੱਧਰ ਚੌਥੀ ਜਿਹੜੀ ਭੂਮਿਕਾ ਗਿਆਨਵਾਨਾਂ ਦੀ, ਉਹ ਸਾਧ ਸੰਗਤ ਮੰਨੀ ਹੈ ਸੁਭ ਇੱਛਾ, ਸੋ ਵਿਚਾਰਨਾ, ਤਨੂ ਮਾਨਸਾ ਤੇ ਸਤਵਾ ਪਤ। ਸਤਵਾ ਪਤ ਕਹਿ ਲਓ, ਤੁਰੀਆ ਅਵਸਥਾ ਕਹਿ ਲਓ, ਇਹ ਦੋਨੇ ਇੱਕੋ ਹੀ ਅਵਸਥਾ ਦਾ ਸਾਧ ਸੰਗਤ ਜੀ ਨਾਮ ਹੈ। ਆਤਮ ਭੂਪਤ ਕੀ ਹੈ ਪੁਰੀਆ, ਇਸ ਲਈ ਜਾਗਤ ਸੁਪਨ ਸਖੋਪਤ ਤੁਰੀਆ। ਜਿੱਥੇ ਜਾ ਕਰਕੇ ਜੀਵ ਨੇ ਪਰਮਾਤਮਾ ਵਿੱਚ ਲੀਨ ਹੋ ਜਾਣਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ, ਰਾਮ ਜੋਤੀ ਜੋਤ ਰਲੀ, ਸੰਪੂਰਨ ਕੀਆ ਰਾਮ ਹਰ ਹਰ ਜਨ ਦੋਈ ਏਕ ਹੈ। ਦਿਵ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰਾਂਗਿਓ, ਜਲ ਹੀ ਵਿਖੈ ਸਮਾਹੇ। ਜਿਵੇਂ ਪਾਣੀ ਵਿੱਚ ਜਾ ਕਰਕੇ ਪਾਣੀ ਸਮਾ ਜਾਂਦਾ, ਲੀਨ ਹੋ ਜਾਂਦਾ, ਤੇ ਉਹ ਵੱਖਰਾ ਨਹੀਂ ਕਦੇ ਕੀਤਾ ਜਾਂਦਾ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਕੋਈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਪਿਆਰਾ, ਉਹ ਪਰਮੇਸ਼ਰ ਵਿੱਚ ਜਾ ਕੇ ਇਉਂ ਮਿਲ ਜਾਂਦਾ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਵੇ। ਦੁੱਧ ਦੇ ਵਿੱਚ ਪਾਣੀ ਮਿਲਾ ਕੇ ਰੱਖ ਦਈਏ, ਉਹ ਵੱਖਰਾ ਹੋ ਸਕਦਾ ਹੈ। ਕਿਵੇਂ ਵੱਖਰਾ ਹੋਵੇਗਾ? ਪਾਣੀ ਨੂੰ ਸਾਧ ਸੰਗਤ ਜੀ ਜਦੋਂ ਹੇਠਾਂ ਅੱਗ ਵਾਲਾਂਗੇ, ਬਾਸ਼ਪੀਕਰਨ ਬਣ ਕੇ ਪਾਣੀ ਉੱਡ ਜਾਣਾ ਤੇ ਦੁੱਧ ਉਹਦੇ ਵਿੱਚ ਕੜੀ ਜਾਵੇਗਾ। ਇਸ ਤਰ੍ਹਾਂ ਵੀ ਵੱਖਰਾ ਕੀਤਾ ਜਾ ਸਕਦਾ।
ਤੇ ਦੂਸਰੇ ਪਾਸੇ ਜਿਹੜੇ ਐਸੇ ਹੰਸ ਹੁੰਦੇ ਨੇ, ਉਹਨਾਂ ਹੰਸਾਂ ਦੇ ਚੁੰਝ ਦੇ ਅੰਦਰ ਇੰਨੀ ਖਟਿਆਈ ਰੱਖੀ ਪਰਮਾਤਮਾ ਨੇ, ਕਿਤੇ ਉਹਨਾਂ ਨੂੰ ਦੁੱਧ ਵਿੱਚ ਪਾਣੀ ਪਾ ਕੇ ਰੱਖ ਦਿਓ, ਜਦੋਂ ਚੁੰਝ ਪਾਉਂਦੇ ਨੇ ਖਟਿਆਈ ਦੇ ਨਾਲ ਦੁੱਧ ਫਟ ਜਾਂਦਾ, ਫੁੱਟੀਆਂ ਚੁਗ ਲੈਂਦੇ ਤੇ ਪਾਣੀ ਛੱਡ ਦਿੰਦੇ ਨੇ। ਇਸ ਲਈ ਪਾਣੀ ਤੇ ਦੁੱਧ ਵੱਖੋ ਵੱਖਰੇ ਹੋ ਸਕਦੇ ਨੇ, ਇਹਨਾਂ ਦੇ ਅੰਦਰ ਜਿਹੜਾ ਅੰਤਰਾ ਹੈ ਉਹ ਸਾਧ ਸੰਗਤ ਜੀ ਦਿਸਦਾ ਰਹਿੰਦਾ ਹੈ। ਪਰੰਤੂ ਜਿਹੜਾ ਪਾਣੀ ਹੈ ਤੇ ਉਹ ਪਾਣੀ ਵਿੱਚ ਮਿਲਾ ਦਈਏ, ਉਹ ਕਦੇ ਵੱਖਰਾ ਨਹੀਂ ਹੋਣਾ। ਉਹ ਕਿਵੇਂ ਨਹੀਂ ਵੱਖਰਾ ਹੋਵੇਗਾ ਸਾਧ ਸੰਗਤ? ਇੱਕ ਨਹਿਰ ਦਾ ਪਾਣੀ ਲੈ ਲਓ, ਇੱਕ ਕਿਸੇ ਛੋਟੇ ਜਿਹੇ ਖੂਹ ਦਾ ਪਾਣੀ ਲੈ ਲਓ, ਦੋਨਾਂ ਨੂੰ ਇੱਕ ਜਗ੍ਹਾ ਤੇ ਮਿਕਸ ਕਰ ਦਈਏ, ਬਾਅਦ ਵਿੱਚ ਬੰਦਾ ਕਹੇ ਖੂਹ ਦਾ ਪਾਣੀ ਖੂਹ ਵਿੱਚ ਪਾ ਦੇ, ਨਹਿਰ ਦਾ ਪਾਣੀ ਨਹਿਰ ਵਿੱਚ ਪਾ ਦਿਓ, ਇਸ ਤਰ੍ਹਾਂ ਨਹੀਂ ਕਦੇ ਹੋਵੇਗਾ। ਇਹਨੂੰ ਸਮਝਣ ਦੇ ਵਾਸਤੇ ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਬ੍ਰਹਮ ਵਿਰਾਟ ਸਰੂਪ ਹੈ, ਉਹ ਸਾਧ ਸੰਗਤ ਜੀ ਇੱਕ ਨਹਿਰ ਦੀ ਨਿਆਈ ਵਿਸ਼ਾਲ ਹੈ, ਬ੍ਰਹਮ ਰੂਪ ਹੈ। ਪਰਮਾਤਮਾ ਸਮੁੰਦਰ ਦੀ ਨਿਆਈ ਹੈ। ਪਰਮੇਸ਼ਰ ਵਾਹਿਗੁਰੂ ਨੇ ਕਿੰਨੇ ਮਹਾਦੀਪ ਪੈਦਾ ਕੀਤੇ ਨੇ, ਤੇ ਜਿਹੜਾ ਜੀਵ ਹੈ ਇੱਕ ਖੂਹ ਦੇ ਪਾਣੀ ਵਰਗਾ ਹੈ। ਤੇ ਜਦੋਂ ਸਾਧ ਸੰਗਤ ਜੀ ਜਾ ਕਰਕੇ ਜੀਵ ਬ੍ਰਹਮ ਸਰੂਪ ਦੇ ਵਿੱਚ ਸਮਾ ਜਾਂਦਾ, ਖੂਹ ਦਾ ਪਾਣੀ ਨਹਿਰ ਦੇ ਪਾਣੀ ਵਿੱਚੋਂ ਵੱਖਰਾ ਨਹੀਂ ਹੁੰਦਾ। ਤੇ ਜਦੋਂ ਜੀਵ ਜਾ ਕੇ ਬ੍ਰਹਮ ਦੇ ਵਿੱਚ ਲੀਨ ਹੋ ਜਾਵੇਗਾ ਤੇ ਫਿਰ ਜੀਵ ਵੀ ਕਦੇ ਵੱਖਰਾ ਨਹੀਂ ਹੋਵੇਗਾ। ਇਸ ਗੱਲ ਨੂੰ ਭਾਵੇਂ ਆਰੀਆ ਸਮਾਜ ਵਾਲਿਆਂ ਨੇ ਨਹੀਂ ਮੰਨਿਆ, ਉਹਨਾਂ ਨੇ ਕਹਿ ਦਿੱਤਾ ਵੀ ਪਤਾ ਨਹੀਂ ਸ਼ਾਇਦ 2 ਕਰੋੜ ਦਾ ਜ਼ਿਕਰ ਕੀਤਾ ਉਹਨਾਂ ਨੇ। 2 ਕਰੋੜ ਸਾਲਾਂ ਤੋਂ ਬਾਅਦ ਕਹਿੰਦੇ ਜਿਹੜੀ ਜੀਵ ਕਲਾ ਆਟੋਮੈਟਿਕ ਹੀ ਬ੍ਰਹਮ ਤੋਂ ਵੱਖਰੀ ਹੋ ਜਾਂਦੀ ਹੈ। ਪਰੰਤੂ ਧੰਨ ਗੁਰੂ ਨਾਨਕ ਦੇਵ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੇ ਇਹ ਨਹੀਂ ਮੰਨਿਆ। ਜਿਹੜੀ ਇੱਕ ਵਾਰੀ ਜੀਵ ਕਲਾ ਜਾ ਕੇ ਪਰਮਾਤਮਾ ਵਿੱਚ ਮਿਲ ਜਾਵੇ, ਉਹ ਮੁੜ ਕਰਕੇ ਵੱਖਰੀ ਨਹੀਂ ਹੁੰਦੀ, ਪਰਮੇਸ਼ਰ ਵਾਹਿਗੁਰੂ ਦਾ ਰੂਪ ਹੋ ਜਾਂਦੀ ਹੈ। ਇਸ ਲਈ ਸਾਧ ਸੰਗਤ ਜਿਹੜਾ ਅਕਾਲ ਪੁਰਖ ਪਰਮਾਤਮਾ ਵਿਰਾਟ ਰੂਪ ਹੈ, ਉਹਦੇ ਵਿੱਚ ਜੀਵ ਨੇ ਜਾ ਕੇ ਸਮਾਉਣਾ। ਤੇ ਇਹ ਜਿਹੜੀਆਂ 4 ਲਾਵਾਂ ਨੇ, ਇਹ ਜੀਵ ਨੂੰ ਪਰਮਾਤਮਾ ਦੇ ਵਿੱਚ ਜਾ ਕੇ ਮਿਲਾਉਂਦੀਆਂ ਨੇ। ਇੰਨਾ ਹੀ ਨਹੀਂ ਸਮਝ ਲੈਣਾ ਵੀ ਇੱਕ ਪੁਰਖ ਤੇ ਇਸਤਰੀ ਦਾ ਜਿਹੜਾ ਵਿਆਹ ਹੋ ਗਿਆ ਜੀ, ਬਸ 4 ਲਾਵਾਂ ਦਾ ਉਪਦੇਸ਼ ਉਹਨਾਂ ਨੂੰ ਮਿਲ ਗਿਆ। ਤੇ ਇਹ ਤਾਂ ਇੱਕ ਸਾਧ ਸੰਗਤ ਜੀਵ ਅਤੇ ਈਸ਼ਵਰ ਦੀ ਏਕਤਾ ਦੀ ਵਿਚਾਰ ਹੈ ਗੁਰਬਾਣੀ ਦੇ ਅੰਦਰ। ਜਿਵੇਂ ਮਹਾਂਪੁਰਖ ਆਪ ਜੀ ਨੂੰ ਬਚਨ ਸੁਣਾ ਕੇ ਗਏ ਨੇ ਕਿ ਗੁਰਬਾਣੀ ਦੇ 2 ਅਰਥ ਨੇ, ਇੱਕ ਬਾਹਜ ਅਰਥ ਨੇ। ਬਾਹਜ ਦਾ ਅਰਥ ਹੁੰਦਾ ਵੀ ਜਿਵੇਂ ਅਸੀਂ ਬਾਹਰਲੇ ਲੋਕ ਬੈਠੇ, ਇੱਕ ਲੜਕਾ ਤੇ ਲੜਕੀ, ਉਹਦਾ ਵਿਆਹ ਹੋ ਗਿਆ ਜੀ, ਅਸੀਂ ਸਮਝਦੇ ਆ ਵੀ ਇਹਦੇ ਵਾਸਤੇ ਲਾਵਾਂ ਪੜੀਆਂ ਨੇ। ਅੰਤਰੀਵ ਜਿਹੜੀ ਗੁਰਬਾਣੀ ਹੈ, ਉਹ ਜੀਵ ਦੀ ਐਸੀ ਜਿਹੜੀ ਜੀਵ ਕਲਾ ਉਹਨੂੰ ਪਰਮਾਤਮਾ ਦੇ ਵਿੱਚ ਮਿਲਾਉਂਦੀ ਹੈ। ਜਿਸ ਨੂੰ ਗੁਰਬਾਣੀ ਦੇ ਅੰਦਰ ਕਿਹਾ ਹੈ ਕਿ ਜੀਵ ਤੋਂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਦੀ ਪਤਨੀ ਹੈ। ਸਾਰੀ ਦੁਨੀਆ ਦਾ ਮਾਲਕ ਪਰਮਾਤਮਾ ਵਾਹਿਗੁਰੂ ਹੈ। ਹਮਰੋ ਭਰਤਾ ਵੱਡੋ ਵਿਵੇਕੀ, ਆਪੇ ਸੰਤ ਕਹਾਵੇ। ਸਾਰੀ ਦੁਨੀਆ ਦਾ ਭਰਤਾ ਕਾਂਤਪਤੀ ਪਰਮਾਤਮਾ ਵਾਹਿਗੁਰੂ ਆਪ ਹੈ। ਇਸ ਲਈ ਸਾਧ ਸੰਗਤ ਪਰਮਾਤਮਾ ਵਾਹਿਗੁਰੂ ਦੀ ਜਿਹੜੀ ਇਹ ਬਾਣੀ ਹੈ, ਜਿਵੇਂ ਜਿਵੇਂ ਕੋਈ ਬਾਣੀ ਨੂੰ ਪੜ੍ਹਦਾ, ਤਿਵੇਂ ਤਿਵੇਂ ਗੁਰਬਾਣੀ ਦਾ ਅਗਾਧ ਬੋਧ ਜਿਹੜਾ ਗਿਆਨ, ਉਹਨੂੰ ਇਹ ਹਾਸਲ ਕਰਦਾ ਤੁਰਿਆ ਜਾਂਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਨੰਦ ਕਾਰਜ ਹੋਏ, ਤੇ ਜਦੋਂ ਆਨੰਦ ਕਾਰਜ ਦੀ ਸੰਪੂਰਨਤਾ ਹੋਈ ਤੇ ਇਹ ਬਰਾਤ ਜਦੋਂ ਵਾਪਸ ਮੁੜਨ ਲੱਗਦੀ ਹੈ, ਤਾਂ ਉੱਥੇ ਬਾਬਾ ਲਾਲ ਚੰਦ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਿਕਟ ਹੋ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਆਪ ਜੀ ਦਾ ਨਚੀਜ ਜਿਹਾ ਇੱਕ ਗਰੀਬੜਾ ਜਿਹਾ ਸਿੱਖ ਹਾਂ, ਮੇਰੇ ਪੱਲੇ ਕੱਖ ਵੀ ਨਹੀਂ ਹੈ, ਨਾ ਮੱਤ ਹੈ ਨਾ ਮੈਨੂੰ ਬੁੱਧੀ ਹੈ। ਮਹਾਰਾਜ ਮੈਂ ਆਪ ਦਾ ਸਤਿਕਾਰ ਨਹੀਂ ਕਰ ਸਕਿਆ ਬਰਾਤ ਦੇ ਵਿੱਚ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉਸ ਵੇਲੇ ਹਿਰਦਾ ਇੰਨਾ ਪਿਘਲਿਆ, ਨੇਤਰਾਂ 'ਚੋਂ ਬੈਰਾਗ ਦੇ ਅੰਸੂ ਕੇਰ ਕਰਕੇ ਸਤਿਗੁਰੂ ਪਾਤਸ਼ਾਹ ਨੇ ਕਿਹਾ, ਲਾਲ ਚੰਦ ਜਿੱਥੇ ਤੂੰ ਆਪਣੀ ਪੁੱਤਰੀ ਦੇ ਦਿੱਤੀ, ਕੰਨਿਆ ਦਾ ਦਾਨ ਕਰਦਾ ਪਿਆ, ਤੂੰ ਆਪਣੇ ਪੱਲੇ ਕੀ ਰੱਖਿਆ ਹੈ? ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਦੇ ਜਿਹੜੇ ਪਾਵਨ ਪਵਿੱਤਰ ਸਾਧ ਸੰਗਤ ਜੀ ਸ਼ਾਂਤ ਹਨ ਸੂਹੀ ਰਾਗ ਦੇ ਵਿੱਚ, ਉਹਨਾਂ ਦੀ ਵਿਚਾਰ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ
ਇਹਨਾਂ ਆਨੰਦ ਕਾਰਜਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਆਨੰਦ ਕਾਰਜਾਂ ਤੇ ਸਤਿਗੁਰਾਂ ਨੇ ਸ਼ਰਵਣ ਕਰਵਾਈ ਸੀ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਾਵਾਂ ਉਚਾਰਨ ਕੀਤੀਆਂ ਤੇ ਸਾਨੂੰ ਸਿੱਖਿਆ, ਜਿੱਥੇ ਇਸਤਰੀ ਪੁਰਖ ਨੂੰ ਲੜਕੇ ਲੜਕੀ ਨੂੰ ਸਿੱਖਿਆ ਦਿੱਤੀ, ਉੱਥੇ ਦੋਹਾਂ ਪਰਿਵਾਰਾਂ ਨੂੰ ਵੀ ਸਿੱਖਿਆ ਗੁਰਬਾਣੀ ਦੇ ਸਾਂਝੀ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸਤ ਸੰਤੋਖ ਕਰ ਭਾਓ, ਕੁੜਮ ਕੁੜਮਾਈ ਆਇਆ ਬਲਰਾਮ ਜੀਵ। ਪੰਗਤੀ ਇੱਕ ਹੈ, ਪੜ੍ਹਨ ਵਾਸਤੇ ਬੜੀ ਸੌਖੀ ਲੱਗਦੀ ਹੈ, ਇਹਦੇ ਅੰਦਰ ਸਿਧਾਂਤ ਬੜਾ ਡੂੰਘਾ ਸਤਿਗੁਰੂ ਜੀ ਨੇ ਰੱਖ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸਤ ਸੰਤੋਖ ਕਰ ਭਾਓ। ਸਤ ਦਾ ਅਰਥ ਹੁੰਦਾ ਦਾਨ ਕਰਨਾ। ਧਾਰਮਿਕ ਗ੍ਰੰਥਾਂ ਦੇ ਅੰਦਰ ਸਤ ਦਾ ਅਰਥ ਦਾਨ ਹੈ। ਜਿਹੜਾ ਸਤ ਵਚਨ ਹੈ, ਇਹ ਲੜਕੀ ਵਾਲਿਆਂ ਨੂੰ ਸਿੱਖਿਆ ਦਿੱਤੀ ਹੈ ਗੁਰੂ ਰਾਮਦਾਸ ਪਿਤਾ ਜੀ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸਤ ਸੰਤੋਖ ਕਰ ਭਾਓ। ਸਤ ਦਾ ਅਰਥ ਹੈ ਦਾਨ, ਕੇ ਲੜਕੀ ਦਾ ਪਿਤਾ, ਲੜਕੀ ਦਾ ਸਾਰਾ ਜਿਹੜਾ ਪਰਿਵਾਰ ਹੈ, ਤੇ ਤੁਸੀਂ ਅੱਜ ਦਾਨ ਕਰਨ ਲੱਗੇ ਆਪਣੀ ਲੜਕੀ ਕੰਨਿਆਂ ਦਾ। ਦਾਨ ਕਰਨ ਵੇਲੇ ਇੱਕ ਜਿਹੜੀ ਗੱਲ ਹੈ ਧਿਆਨ ਵਿੱਚ ਰੱਖਣੀ ਪੈਂਦੀ, ਦਾਨ ਕਰਨ ਵਾਲੇ ਨੂੰ ਹੰਕਾਰੀ ਨਹੀਂ ਹੋਣਾ ਚਾਹੀਦਾ। ਜੇ ਬੰਦਾ ਦਾਨ ਵੀ ਕਰੀ ਜਾਂਦਾ, ਦੂਜੇ ਪਾਸੇ ਹੰਕਾਰ ਵੀ ਕਰੇ ਵੀ ਮੈਂ ਦਾਨ ਕੀਤਾ, ਮੇਰੇ ਬਿਨਾਂ ਤਾਂ ਹੋਣਾ ਹੀ ਨਹੀਂ ਸੀ, ਜੇ ਮੈਂ ਨਾ ਕਰਦਾ ਮੇਰੇ ਕਰਕੇ ਹੋਇਆ। ਉਹਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਪੜਾਂਗੇ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਹਾਥੀ ਨਹਾਈ ਜਾਂਦਾ ਜਦੋਂ ਨਿਕਲਦਾ ਕਿਸੇ ਛੱਪੜ ਦੇ ਵਿੱਚੋਂ ਜਾਂ ਕਿਸੇ ਦਰਿਆ ਵਿੱਚੋਂ ਬਾਹਰ, ਸੁੰਡ ਭਰ ਕੇ ਚਿੱਕੜ ਦੀ ਫਿਰ ਉੱਤੇ ਪਾ ਲੈਂਦਾ। ਜਿਹੋ ਜਿਹਾ ਨਹਾਤਾ ਜਿਹੋ ਜਿਹਾ ਨਾ ਨਹਾਤਾ ਇੱਕ ਬਰਾਬਰ ਹੋ ਜਾਂਦਾ। ਇੱਧਰ ਜਿਹੜਾ ਕੋਈ ਲੜਕੀ ਵਾਲਾ ਕੰਨਿਆਂ ਦਾ ਦਾਨ ਕਰਦਾ ਪਿਆ, ਤੇ ਦੂਜੇ ਪਾਸੇ ਫਿਰ ਹੰਕਾਰ ਕਰਨਾ ਕਰੇ, ਹੰਕਾਰ ਦਾ ਚਿੱਕੜ ਉੱਤੇ ਪਾ ਲਵੇ, ਜਿਹੋ ਜਿਹਾ ਦਾਨ ਕੀਤਾ ਤੇ ਜਿਹੋ ਜਿਹਾ ਨਾ ਕੀਤਾ। ਸਤ ਜਿਹੜਾ ਵਚਨ ਹੈ ਸਾਧ ਸੰਗਤ, ਇਹ ਸ਼ਬਦ ਲੜਕੀ ਵਾਲਿਆਂ ਵਾਸਤੇ ਹੈ। ਦੂਜਾ ਵਚਨ ਗੁਰੂ ਰਾਮਦਾਸ ਮਹਾਰਾਜ ਦਾ ਹੈ ਸੰਤੋਖ। ਜਿਹੜਾ ਸੰਤੋਖ ਸ਼ਬਦ ਹੈ, ਇਹਦਾ ਅਰਥ ਹੁੰਦਾ ਜੋ ਪਰਮਾਤਮਾ ਨੇ ਕਰਮਾਂ ਵਿੱਚ ਚੀਜ਼ਾਂ ਦਿੱਤੀਆਂ ਨੇ, ਉਹਦੇ ਵਿੱਚ ਮਨ ਦੀ ਬਿਰਤੀ ਨੂੰ ਪ੍ਰਸੰਨ ਰੱਖਣਾ, ਕਿਸੇ ਦੇ ਅੱਗੇ ਹੱਥ ਟੱਡ ਕੇ ਕੁਝ ਮੰਗਣਾ ਨਾ। ਲੜਕੇ ਵਾਲਿਆਂ ਨੂੰ ਗੁਰੂ ਰਾਮਦਾਸ ਮਹਾਰਾਜ ਪਿਤਾ ਜੀ ਕਹਿੰਦੇ, ਤੁਹਾਡੇ ਹਿਰਦੇ ਅੰਦਰ ਸੰਤੋਖ ਹੋਣਾ ਚਾਹੀਦਾ। ਤੁਸੀਂ ਦਾਜ ਦਹੇਜ ਦੀਆਂ ਡਿਮਾਂਡਾਂ ਨਾ ਕਰੋ, ਹੱਥ ਅੱਡ ਕੇ ਮੰਗਣਾ ਨਾ ਕਰੋ ਕਿਸੇ ਕੋਲੋਂ। ਜਿਹੜਾ ਮੰਗਣ ਗਿਆ ਸੋ ਮਰ ਗਿਆ। ਜਿਹੜਾ ਮੰਗਦਾ ਹੱਥ ਅੱਡ ਕਰਕੇ ਆ ਲੜਕੇ ਵਾਲਾ ਲੜਕੀ ਵਾਲਿਆਂ ਦੇ ਦਰ ਤੇ ਜਾ ਕੇ ਸਮਝੋ ਜਿਉਂਦਾ ਨਹੀਂ, ਉਹ ਮਰਿਆ ਹੋਇਆ ਹੈ। ਸੰਤੋਖ ਚਾਹੀਦਾ ਹੈ ਲੜਕੇ ਵਾਲਿਆਂ ਦੇ ਪਾਸ ਕਿ ਜੋ ਪਰਮਾਤਮਾ ਨੇ ਦਿੱਤਾ ਉਹਦੇ ਵਿੱਚ ਉਹ ਰਾਜੀ ਰਹਿਣ। ਜਦੋਂ ਲੜਕੀ ਵਾਲਿਆਂ ਦੇ ਅੰਦਰ ਸਾਧ ਸੰਗਤ ਦੀ ਸਤ ਜਿਹੜੀ ਨਿਮਰਤਾ ਆ ਜਾਵੇਗੀ, ਦਾਨ ਕਰਕੇ ਨਿਮਰਤਾ ਵਿੱਚ ਰਹਿਣਗੇ। ਲੜਕੇ ਵਾਲੇ ਨੇ ਜਿਹੜੇ ਉਹ ਸੰਤੋਖੀ ਸੁਭਾਅ ਵਾਲੇ ਹੋਣਗੇ, ਮੂੰਹੋਂ ਬੋਲ ਕੇ ਕਦੇ ਮੰਗਣਗੇ ਨਹੀਂ, ਕਿਸੇ ਦੇ ਕੋਲੋਂ ਹੱਥ ਨਹੀਂ ਅੱਡਣਗੇ। ਫਿਰ ਉੱਥੇ ਜਦੋਂ ਦੋ ਗੁਣ ਆ ਜਾਂਦੇ, ਸਤ ਤੇ ਸੰਤੋਖ, ਤੇ ਤੀਜਾ ਸ਼ਬਦ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਉ। ਭਾਉ ਦਾ ਅਰਥ ਹੈ ਪ੍ਰੇਮ। ਅੱਜ ਕਿੰਨੇ ਰਿਸ਼ਤੇ ਜੁੜਦੇ ਨੇ ਲੜਕੇ ਲੜਕੀਆਂ ਦੇ, ਥੋੜੇ ਸਮੇਂ ਬਾਅਦ ਕਿਉਂ ਟੁੱਟ ਜਾਂਦੇ ਨੇ। ਕਿੰਨੇ ਸਾਧ ਸੰਗਤ ਮਾਂ ਬਾਪ ਦੇ ਰਿਸ਼ਤੇ ਅੱਜ ਟੁੱਟਦੇ ਜਾ ਰਹੇ ਨੇ, ਚਾਚੇ ਤਾਇਆਂ ਦੇ ਰਿਸ਼ਤੇ ਜੀਵ ਦੇ ਟੁੱਟਦੇ ਜਾ ਰਹੇ, ਤਰੇੜਾਂ ਪੈ ਜਾਂਦੀਆਂ। ਉਹਦਾ ਕਾਰਨ ਕੀ? ਭਾਵ ਪ੍ਰੇਮ ਨਹੀਂ ਰਿਹਾ ਰਿਸ਼ਤਿਆਂ ਦੇ ਵਿੱਚ। ਪ੍ਰੇਮ ਕਦੋਂ ਕੰਮ ਕਰਦਾ? ਜਦੋਂ ਇੱਕ ਪਾਸੇ ਸੰਤੋਖੀ ਸੁਭਾਅ ਹੋਵੇ, ਦੂਜੇ ਪਾਸੇ ਨਿਮਰਤਾ ਹੋਵੇ, ਫਿਰ ਭਾਵ ਪ੍ਰੇਮ ਵਿਚਾਲੇ ਆ ਕੇ ਖੜ ਜਾਂਦਾ। ਜਦੋਂ ਪ੍ਰੇਮ ਨੇ ਲੜਕੀ ਵਾਲਿਆਂ ਦੀ ਬਾਂਹ ਪਕੜ ਲਈ, ਉਹਨਾਂ ਦਾ ਨਿਮਰਤਾ ਦਾ ਸੁਭਾਅ ਗਵਾ ਕਰਕੇ ਉਹਨਾਂ ਨੂੰ ਹੰਕਾਰੀ ਨਹੀਂ ਕਦੇ ਹੋਣ ਦੇਵੇਗਾ। ਜਦੋਂ ਪ੍ਰੇਮ ਨੇ ਲੜਕੇ ਵਾਲਿਆਂ ਦੀ ਬਾਂਹ ਪਕੜ ਲਈ, ਉਹਨਾਂ ਦਾ ਸੰਤੋਖੀ ਸੁਭਾਅ ਗਵਾ ਕਰਕੇ ਉਹਨਾਂ ਨੂੰ ਲੋਭੀ ਲਾਲਚੀ ਨਹੀਂ ਹੋਣ ਦੇਵੇਗਾ। ਲੋਭ ਤੇ ਲਾਲਚ ਤੇ ਹੰਕਾਰ ਜਦੋਂ ਆ ਜਾਂਦੇ, ਕਿੱਥੇ ਉੱਥੇ ਰਿਸ਼ਤੇ ਸਿਰੇ ਚੜ੍ਹਨੇ ਨੇ। ਇਹ ਜਿਹੜਾ ਸ਼ਬਦ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਸਾਧ ਸੰਗਤੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਆਨੰਦ ਕਾਰਜ ਦੇ ਸਮੇਂ ਇੱਥੇ ਸੰਗਤਾਂ ਨੂੰ ਇਸ ਪਾਵਨ ਗੁਰਬਾਣੀ ਦੁਆਰਾ ਸਿੱਖਿਆ ਦਿੱਤੀ ਗਈ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ
इत्थों ब्याह करके माता गुजर कौर जी नूं तुरन लगे ने। उधर साध संगत जी गुरु हरगोबिंद साहिब जी बाबा लाल चंद जी नूं सीने नाल ला करके असीसां ਦੀਆਂ ਝੜੀਆਂ ਲਾ ਰਹੇ ਨੇ। ਤੇ ਇਧਰੋਂ ਬਾਬਾ ਲਾਲ ਚੰਦ ਜੀ ਉਹਨਾਂ ਦੇ ਧਰਮ ਸਪਤਨੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੱਸ ਮਾਤਾ ਵਿਸ਼ਨ ਕੌਰ ਜੀ ਇਹ ਆਪਣੀ ਬੱਚੀ ਨੂੰ ਮਾਤਾ ਗੁਜਰ ਕੌਰ ਜੀ ਨੂੰ ਸ਼ੁਭ ਸਿੱਖਿਆ ਦਿੰਦੇ ਨੇ। ਪੁੱਤਰੀ ਆਪਣੇ ਪਤੀ ਦੀ ਆਗਿਆ ਵਿੱਚ ਚੱਲਣਾ ਹੈ। ਜੋ ਪਤੀ ਕਹਿਣਗੇ ਤੇਗ ਬਹਾਦਰ ਸਾਹਿਬ ਉਹਨਾਂ ਦੇ ਬਚਨਾਂ ਤੇ ਫੁੱਲ ਚੜਾਉਣੇ ਨੇ, ਉਹਨਾਂ ਦੇ ਸਦਾ ਵਾਸਤੇ ਸੇਵਾ ਵਿੱਚ ਹਾਜ਼ਰ ਰਹਿਣਾ। ਤੁਹਾਡੇ ਅੱਜ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮਾਤਾ ਨਾਨਕੀ ਜੀ, ਵੱਡੇ ਮਾਤਾ ਦਮੋਦਰੀ ਜੀ, ਸਾਰਾ ਜਿੰਨਾ ਪਰਿਵਾਰ ਹੈ ਇਹਨਾਂ ਦਾ ਮਾਂ ਬਾਪ ਜਾਣ ਕਰਕੇ ਸਤਿਕਾਰ ਕਰਨਾ ਹੈ। ਇਹ ਨੇਕ ਸਖਿਆਵਾਂ ਮਾਤਾ ਪਿਤਾ ਦੇ ਵੱਲੋਂ ਮਾਤਾ ਗੁਜਰ ਕੌਰ ਜੀ ਨੂੰ ਦਿੱਤੀਆਂ ਜਾ ਰਹੀਆਂ। ਉਧਰ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਲਾਲ ਚੰਦ ਜੀ ਨੂੰ ਸੀਨੇ ਨਾਲ ਲਾ ਕਰਕੇ ਬਖਸ਼ਿਸ਼ਾਂ ਕਰੀ ਜਾਂਦੇ ਨੇ। ਧੰਨ ਮਾਤਾ ਗੁਜਰ ਕੌਰ ਜੀ, ਕਿੱਡੇ ਵੱਡੇ ਉਸ ਮਾਤਾ ਦੇ ਭਾਗ ਨੇ, ਕਿੱਡੇ ਵੱਡੇ ਕਰਮ ਹਨ ਸਾਧ ਸੰਗਤ, ਜਿਸ ਮਾਤਾ ਦਾ ਰਿਸ਼ਤਾ ਨਾਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜੁੜਦਾ ਹੈ। ਧੰਨ ਮਾਤਾ ਗੁਜਰ ਕੌਰ ਜੀ ਦੀ ਕਿੱਡੀ ਵੱਡੀ ਕੁਰਬਾਨੀ ਹੈ। ਜਿਹੜੇ ਮਾਤਾ ਗੁਜਰ ਕੌਰ ਜੀ ਆਪ ਵੀ ਸ਼ਹੀਦ ਹੋਏ ਠੰਡੇ ਬੁਰਜ ਦੇ ਅੰਦਰ, ਪੰਜ ਭੌਤਿਕ ਦੇਹੀ ਦਾ ਤਿਆਗ ਕਰਕੇ 10ਵੇਂ ਦੁਆਰ ਦੇ ਦੁਆਰਾ ਬ੍ਰਹਮ ਰੰਧਰ ਦੀ ਨਾੜੀ ਨੂੰ ਫੁੜ ਕਰਕੇ ਸੱਚਖੰਡ ਨੂੰ ਜਾਂਦੇ ਨੇ ਸਾਹਿਬਜ਼ਾਦਿਆਂ ਦੇ ਨਾਲ। ਮਾਤਾ ਗੁਜਰ ਕੌਰ ਜੀ ਆਪ ਵੀ ਸ਼ਹੀਦ ਹੋਏ। ਜਿਸ ਮਾਤਾ ਦੇ ਪਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਰੇ ਹਿੰਦ ਦੀ ਚਾਦਰ ਬਣ ਗਏ, ਦੂਸਰੇ ਧਰਮ ਦੇ ਵਾਸਤੇ ਆਪਾ ਕੁਰਬਾਨ ਕਰਕੇ ਸੀਸ ਦਾ ਬਲੀਦਾਨ ਦੇ ਦਿੱਤਾ। ਕਿਹੜੇ ਧਰਮ ਦੇ ਵਿੱਚ ਐਸਾ ਗੁਰੂ ਮਿਲੇਗਾ? ਜਿਸ ਮਾਤਾ ਦੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਵੀ ਸ਼ਹੀਦ, ਜਿਸ ਮਾਤਾ ਦੇ ਸਾਹਿਬਜ਼ਾਦੇ ਮਰਦ ਅਗੰਮੜੇ, ਅੰਮ੍ਰਿਤ ਕੇ ਦਾਤੇ ਜਗਤ ਗੁਰੂ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਸ ਮਾਤਾ ਦੇ ਸਾਹਿਬਜ਼ਾਦਿਆਂ ਨੇ ਮਹਾਨ ਕੁਰਬਾਨੀਆਂ ਕੀਤੀਆਂ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦੇ ਭਾਵ ਮਾਤਾ ਗੁਜਰ ਕੌਰ ਜੀ ਦੇ ਚਾਰੇ ਜਿਹੜੇ ਪੋਤਰੇ, ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ, ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ, ਬਾਬਾ ਜੋਰਾਵਰ ਸਿੰਘ ਜੀ ਸ਼ਹੀਦ ਹੋਏ, ਬਾਬਾ ਫਤਿਹ ਸਿੰਘ ਸਾਹਿਬ ਜੀ ਸ਼ਹੀਦ ਹੋਏ। ਜਿਸ ਮਾਤਾ ਦੇ ਪੋਤਰੇ ਵੀ ਸ਼ਹੀਦ, ਜਿਸ ਮਾਤਾ ਦੇ ਨਨੋਤਰੇ, ਨਨੋਤਰੇ ਦਾ ਅਰਥ ਹੁੰਦਾ ਨੰਦ ਦੇ ਜਿਹੜੇ ਬੱਚੇ ਨੇ, ਬੀਬੀ ਵੀਰੋ ਜੀ ਮਾਤਾ ਗੁਜਰ ਕੌਰ ਜੀ ਦੇ ਨੰਦ ਲੱਗਦੇ ਸੰਸਾਰੀ ਰਿਸ਼ਤੇ ਕਰਕੇ ਪੰਜ ਜਿਹੜੇ ਪੁੱਤਰ ਬੀਬੀ ਵੀਰੋ ਜੀ ਦੇ ਬਾਬਾ ਸ਼ੰਭੂ ਸ਼ਾਹ ਜੀ ਹੁਣੀ ਇਹ ਪੰਜੇ ਦੇ ਪੰਜੇ ਸ਼ਹੀਦ ਹੋ ਗਏ। ਧੰਨ ਮਾਤਾ ਗੁਜਰ ਕੌਰ ਸਾਹਿਬ ਜੀ, ਜਿਨ੍ਹਾਂ ਨੇ ਸਾਧ ਸੰਗਤ ਦੀ ਐਸੇ ਦੁਖਾਂਤ ਦਾ ਸਮਾਂ ਆਪਣੇ ਤਾਂਡੇ ਉੱਪਰੋਂ ਹਟਾਇਆ। 6 ਮਹੀਨਿਆਂ ਦੇ ਘੇਰਿਆਂ ਵਿੱਚ ਭੁੱਖਣ ਭਾਣੇ ਜਿੱਥੇ ਗੁਰੂ ਦੇ ਸਿੰਘ ਰਹੇ, ਉੱਥੇ ਮਾਤਾ ਗੁਜਰ ਕੌਰ ਜੀ ਨੇ ਵੀ ਆਨੰਦਾਂ ਦੀ ਕੁੜੀ ਅੰਦਰ 6 ਮਹੀਨੇ ਦੇ ਭੁੱਖ ਦੇ ਵਕਤ ਕੱਟੇ। ਏਡਾ ਵਕਤ ਕਿਵੇਂ ਕੱਟ ਲਿਆ ਮਾਤਾ ਜੀ ਨੇ? ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 26 ਸਾਲਾਂ ਤੋਂ ਜ਼ਿਆਦਾ ਸਮਾਂ ਕੱਚੇ ਘੋੜੇ ਵਿੱਚ ਬੈਠ ਕੇ ਬੰਦਗੀਆਂ ਕਰਦੇ ਰਹੇ, ਉੱਥੇ ਮਾਤਾ ਜੀ ਨੇ ਵੀ ਬੜੀ ਸਾਧਨਾ ਕੀਤੀ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਕਲਮ ਦੇ ਨਾਲ ਲਿਖਿਆ, ਮੁਰ ਅਲਖ ਅਰਾਧਾ ਬਹੁ ਬਿਧ ਜੋਗ ਸਾਧਨਾ ਸਾਧਾ। ਮਾਤਾ ਜੀ ਵੀ ਯੋਗ ਸਾਧਨਾ ਵਿੱਚ ਪੂਰੇ ਸਨ। ਐਵੇਂ ਨਹੀਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਅਵਤਾਰ ਮਾਤਾ ਜੀ ਦੀ ਕੁੱਖ ਤੋਂ ਹੋ ਗਿਆ। ਧੰਨ ਮਾਤਾ ਗੁਜਰ ਕੌਰ ਜੀ, ਧੰਨ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਆਪਾਂ ਅੱਜ ਵਿਆਹ ਪੁਰਬ ਬੜੀ ਭਾਵਨਾ ਵਿੱਚ ਭਿੱਜ ਕਰਕੇ ਇਸ ਨਗਰ ਕਰਤਾਰਪੁਰ ਵਿਖੇ ਬੜੇ ਹੀ ਪਿਆਰ ਦੇ ਨਾਲ ਮਨਾ ਰਹੇ। ਮਨਾਉਣਾ ਵੀ ਚਾਹੀਦਾ ਸਾਧ ਸੰਗਤ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅੱਜ ਦੇ ਸ਼ੁਭ ਦਿਹਾੜੇ ਇੱਥੇ ਆ ਕਰਕੇ ਮਾਤਾ ਗੁਜਰ ਕੌਰ ਜੀ ਦੇ ਨਾਲ ਸਤਿਗੁਰੂ ਪਾਤਸ਼ਾਹ ਦੀ ਗੁਰਬਾਣੀ ਦੇ ਦੁਆਰੇ ਲਾਵਾਂ ਲਈਆਂ ਹਨ। ਸਤਿਗੁਰੂ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਮੁਬਾਰਕਾਂ ਹੋਣ ਜੀ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਇੱਕ ਬੇਨਤੀ ਹੈ ਸੰਗਤਾਂ ਨੂੰ ਕਿ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪੁੱਤਰ ਧੀਆਂ ਬਣ ਜਾਈਏ।
ਫਿਰ ਸਤਿਗੁਰੂ ਪਾਤਸ਼ਾਹ ਦੇ ਵਿਆਹ ਪੁਰਬ ਮਨਾਏ ਵੀ ਸਫਲੇ ਹੋਣਗੇ। ਗੁਰਤਾ ਗੱਦੀ ਜਿਹੜੇ ਗੁਰਪੁਰਬ ਉਹ ਵੀ ਸਫਲੇ ਹੋਣਗੇ। ਸਾਰੇ ਦਿਹਾੜੇ ਸਾਰੇ ਪੁਰਬ ਸਾਡੇ ਸਫਲੇ ਬਣ ਜਾਣਗੇ ਜੇ ਗੁਰੂ ਦੀ ਸਿੱਖਿਆ ਤੇ ਚੱਲਾਂਗੇ। ਇਸ ਲਈ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦੇ ਪੁੱਤਰ ਧੀਆਂ ਬਣੀਏ, ਫਿਰ ਗੁਰੂ ਦੀਆਂ ਮਹਾਨ ਖੁਸ਼ੀਆਂ ਅਸੀਂ ਜਿਹੜੀਆਂ ਹਾਸਲ ਕਰਾਂਗੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ, ਇੱਥੋਂ ਦੇ ਮੈਨੇਜਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਮੈਂਬਰ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ ਕਾਹਲੋਂ, ਜਿਨ੍ਹਾਂ ਨੇ ਕਈ ਰੋਜ਼ ਤੋਂ ਲੈ ਕਰਕੇ ਆਪ ਸੰਗਤਾਂ ਦਾ ਡਿਊਟੀਆਂ ਲਗਵਾਈਆਂ, ਆਪ ਸੰਗਤਾਂ ਦੇ ਦਰਸ਼ਨ ਕਰਵਾਏ। ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ ਹੈ। ਕੋਟਾਨ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹੈ। ਇੰਨਾ ਸਮਾਂ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪਾਂ ਕਿਉਂ